ਦੋਸਤੋ, ਇਹ ਕਹਾਣੀ ਮੇਰੀ ਤੇ ਮੇਰੇ ਸਹੁਰੇ ਦੀ ਹੈ ਜਿਸ ਨੇ ਮੇਰੀ ਖੂਬਸੂਰਤੀ ਦਾ ਨਜਾਇਜ਼ ਫਾਇਦਾ ਚੁੱਕਣਾ ਚਾਹਾ। ਦੋਸਤੋ, ਤੁਹਾਨੂੰ ਸਾਰੀ ਕਹਾਣੀ ਖੁੱਲ੍ਹ ਕੇ ਦੱਸਦੀ ਹਾਂ। ਮੇਰੇ ਪਤੀ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਵਿਦੇਸ਼ ਚਲੇ ਗਏ ਸੀ ਤੇ ਮੈਂ ਤੇ ਮੇਰਾ ਸਹੁਰਾ ਘਰ ਵਿੱਚ ਇਕੱਲੇ ਹੀ ਰਹਿੰਦੇ ਸੀ। ਮੇਰੀ ਸੱਸ ਮੇਰੇ ਵਿਆਹ ਤੋਂ ਪਹਿਲਾਂ ਹੀ ਪਿਛਲੇ ਸਾਲ ਗੁਜ਼ਰ ਗਈ ਸੀ। ਮੇਰੇ ਸਹੁਰੇ ਦੀ ਉਮਰ ਭਾਵੇਂ 50 ਸਾਲਾਂ ਤੋਂ ਵੱਧ ਸੀ, ਪਰ ਉਸ ਦੀਆਂ ਹਰਕਤਾਂ 18-20 ਸਾਲ ਦੇ ਮੁੰਡੇ ਵਰਗੀਆਂ ਸੀ। ਇੱਕ ਦਿਨ ਮੈਂ ਬਾਥਰੂਮ ਵਿੱਚ ਨਹਾ ਰਹੀ ਸੀ ਤਾਂ ਅਚਾਨਕ ਮੇਰੇ ਪੈਰ ਉੱਤੇ ਮੋਚ ਆ ਗਈ ਤੇ ਮੇਰੀ ਚੀਕ ਨਿਕਲ ਗਈ। ਮੇਰਾ ਸਹੁਰਾ ਭੱਜਦਾ ਹੋਇਆ ਬਾਥਰੂਮ ਕੋਲ ਆਇਆ ਤੇ ਉਸਨੇ ਪੁੱਛਿਆ, ਕੀ ਹੋਇਆ ਨੂਰ? ਮੈਂ ਕਿਹਾ, ਡੈਡੀ ਜੀ, ਮੇਰੇ ਪੈਰ ਉੱਤੇ ਮੋਚ ਆ ਗਈ ਹੈ ਤੇ ਮੇਰੇ ਕੋਲੋਂ ਤਾਂ ਹਿੱਲਿਆ ਵੀ ਨਹੀਂ ਜਾ ਰਿਹਾ। ਉਸਨੇ ਕਿਹਾ, ਬਸ ਇਹੀ ਗੱਲ ਸੀ, ਤੂੰ ਦਰਵਾਜ਼ਾ ਖੋਲ੍ਹ। ਮੈਂ ਕਿਸੇ ਤਰ੍ਹਾਂ ਉੱਥੇ ਪਈ। ਮੈਂ ਆਪਣੀ ਨਾਈਟ ਡਰੈਸ ਪਾਈ ਤੇ ਦਰਵਾਜ਼ਾ ਖੋਲ੍ਹਿਆ। ਫਿਰ ਉਸਨੇ ਬਾਥਰੂਮ ਅੰਦਰ ਆ ਕੇ ਮੈਨੂੰ ਕਿਸੇ ਖਿਡੌਣੇ ਵਾਂਗ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਤੇ ਮੇਰੇ ਕਮਰੇ ਵਿੱਚ ਲਿਆ ਕੇ ਮੇਰੇ ਬੈੱਡ ਉੱਤੇ ਲੰਮੀ ਪਾ ਦਿੱਤਾ। ਪਰ ਇਸ ਦੌਰਾਨ ਮੈਂ ਨੋਟਿਸ ਕੀਤਾ ਮੇਰੀ ਨਾਈਟ ਡਰੈਸ ਕਾਫੀ ਪਤਲੀ ਹੋਣ ਕਰਕੇ ਉਸ ਦੀਆਂ ਨਜ਼ਰਾਂ ਲਗਾਤਾਰ ਮੇਰੇ ਅੱਗੇ ਟਿਕੀਆਂ ਹੋਈਆਂ ਸੀ। ਫਿਰ ਇਸੇ ਤਰ੍ਹਾਂ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਅਲਮਾਰੀ ਵਿੱਚੋਂ ਕੱਪੜੇ ਕੱਢ ਰਹੀ ਸੀ ਤੇ ਮੈਨੂੰ ਲੱਗਾ ਜਿਵੇਂ ਮੇਰੇ ਪਿੱਛੇ ਕੋਈ ਖੜਾ ਹੈ ਤੇ ਮੈਂ ਅਲਮਾਰੀ ਵਿੱਚੋਂ ਹੀ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਸਹੁਰਾ ਬਿਲਕੁਲ ਮੇਰੇ ਪਿੱਛੇ ਖੜਾ ਸੀ ਤੇ ਬੜੇ ਹੀ ਗੌਰ ਨਾਲ ਮੈਨੂੰ ਪਿੱਛੋਂ ਦੇਖਦਾ ਜਾ ਰਿਹਾ ਸੀ। ਮੈਂ ਜਲਦੀ ਨਾਲ ਪਿੱਛੇ ਮੁੜੀ ਤੇ ਪੁੱਛਿਆ, ਕੀ ਹੋਇਆ ਡੈਡੀ ਜੀ, ਤੁਹਾਨੂੰ ਕੋਈ ਕੰਮ ਸੀ? ਉਸਨੇ ਕਿਹਾ, ਮੇਰਾ ਕੌਫੀ ਪੀਣ ਨੂੰ ਦਿਲ ਕਰਦਾ ਪਿਆ ਸੀ। ਇਹ ਕਹਿੰਦੇ ਹੋਏ ਉਹ ਬੜੇ ਹੀ ਅਜੀਬ ਤਰੀਕੇ ਨਾਲ ਮੈਨੂੰ ਉੱਪਰੋਂ ਲੈ ਕੇ ਹੇਠਾਂ ਤੱਕ ਦੇਖਦਾ ਜਾ ਰਿਹਾ ਸੀ। ਫਿਰ ਮੈਂ ਉਸਨੂੰ ਕੌਫੀ ਦਾ ਕੱਪ ਬਣਾ ਕੇ ਦੇ ਦਿੱਤਾ, ਪਰ ਉਸ ਦੀਆਂ ਹਰਕਤਾਂ ਦੇਖ ਕੇ ਹੁਣ ਮੈਨੂੰ ਉਸ ਦੀ ਨੀਅਤ ਉੱਤੇ ਸ਼ੱਕ ਹੋਣ ਲੱਗ ਪਿਆ ਸੀ। ਫਿਰ ਇੱਕ ਰਾਤ ਮੈਂ ਆਪਣੇ ਕਮਰੇ ਵਿੱਚ ਲੰਮੀ ਪਈ ਸੀ ਤਾਂ ਅਚਾਨਕ ਮੇਰੇ ਕਮਰੇ ਵਿੱਚ ਆਇਆ ਤੇ ਉਸਨੇ ਕਿਹਾ, ਨੂਰ, ਮੇਰਾ ਕੌਫੀ ਪੀਣ ਨੂੰ ਬਹੁਤ ਦਿਲ ਕਰਦਾ ਪਿਆ ਸੀ, ਮੈਨੂੰ ਇੱਕ ਕੌਫੀ ਦਾ ਕੱਪ ਬਣਾ ਦੇ। ਮੈਂ ਸੋਚਿਆ, ਇਸ ਉਮਰ ਵਿੱਚ ਭਲਾ ਅੱਧੀ ਰਾਤ ਨੂੰ ਇਹਨੂੰ ਕੌਫੀ ਦਾ ਚੇਤਾ ਕਿਧਰੋਂ ਆ ਗਿਆ। ਮੈਂ ਕਿਹਾ, ਡੈਡੀ ਜੀ, ਤੁਸੀਂ ਆਪਣੇ ਕਮਰੇ ਵਿੱਚ ਚੱਲੋ ਤੇ ਮੈਂ ਤੁਹਾਡੇ ਲਈ ਹੁਣੇ ਕੌਫੀ ਬਣਾ ਕੇ ਲਿਆਉਂਦੀ ਹਾਂ। ਉਸਨੇ ਕਿਹਾ, ਨਹੀਂ, ਤੂੰ ਹੁਣੇ ਮੇਰੇ ਸਾਹਮਣੇ ਬੈੱਡ ਤੋਂ ਉੱਠ। ਮੈਂ ਪਤਲੀ ਜਿਹੀ ਨਾਈਟ ਡਰੈਸ ਪਾਈ ਹੋਈ ਸੀ ਤੇ ਮੈਨੂੰ ਇਸ ਤਰ੍ਹਾਂ ਉਸਦੇ ਸਾਹਮਣੇ ਉੱਠਣ ਵਿੱਚ ਸ਼ਰਮ ਮਹਿਸੂਸ ਹੋ ਰਹੀ ਸੀ। ਫਿਰ ਜਦੋਂ ਕਾਫੀ ਦੇਰ ਤੱਕ ਆਪਣੀ ਜਗ੍ਹਾ ਤੋਂ ਨਹੀਂ ਹਿੱਲਿਆ ਤਾਂ ਮੈਨੂੰ ਇਸੇ ਤਰ੍ਹਾਂ ਬੈੱਡ ਤੋਂ ਉੱਠਣਾ ਪਿਆ। ਫਿਰ ਮੈਂ ਦੇਖਿਆ ਉਹ ਮੈਨੂੰ ਗੌਰ ਨਾਲ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖ ਕੇ ਘੂਰਦਾ ਜਾ ਰਿਹਾ ਸੀ ਤੇ ਉਸ ਦੀ ਸ਼ਕਲ ਦੇਖ ਕੇ ਮੈਂ ਸਮਝ ਗਈ ਸੀ ਕਿ ਮੇਰੀ ਨਾਈਟ ਡਰੈਸ ਵਿੱਚੋਂ ਉਸ ਨੂੰ ਬਹੁਤ ਕੁਝ ਸਾਫ਼-ਸਾਫ਼ ਦਿਖ ਰਿਹਾ ਸੀ। ਫਿਰ ਜਦੋਂ ਮੈਂ ਉਸ ਦੇ ਅੱਗੇ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਉਸਨੇ ਬੜੇ ਹੀ ਗੌਰ ਨਾਲ ਮੈਨੂੰ ਅੱਗੋਂ ਪਿੱਛੋਂ ਦੇਖਦੇ ਹੋਏ ਕਿਹਾ, ਤੇਰੀ ਜਵਾਨੀ ਤਾਂ ਸ਼ੁਰੂ ਹੁੰਦੇ ਹੀ ਖਤਮ ਹੋ ਗਈ ਨੂਰ, ਤੂੰ ਤੇ ਹਜੇ ਜਵਾਨੀ ਦੀ ਦਹਲੀਜ਼ ਤੇ ਕਦਮ ਹੀ ਰੱਖਿਆ ਸੀ ਤੇ ਤੇਰਾ ਘਰ ਵਾਲਾ ਤੈਨੂੰ ਇੱਥੇ ਇਕੱਲੀ ਛੱਡ ਕੇ ਪੈਸੇ ਕਮਾਉਣ ਵਿਦੇਸ਼ ਚਲਾ ਗਿਆ। ਉਸ ਨੂੰ ਤਾਂ ਤੇਰੀ ਕੋਈ ਪਰਵਾਹ ਨਹੀਂ। ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਗੁੱਸਾ ਆਇਆ, ਪਰ ਰਿਸ਼ਤੇ ਵਿੱਚ ਉਹ ਮੇਰਾ ਸਹੁਰਾ ਸੀ, ਇਸ ਲਈ ਮੈਂ ਉਸ ਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ। ਫਿਰ ਜਦੋਂ ਮੈਂ ਕੌਫੀ ਬਣਾ ਕੇ ਉਸ ਦੇ ਕਮਰੇ ਵਿੱਚ ਗਈ ਤਾਂ ਉਹ ਸੋਫੇ ਉੱਤੇ ਬੈਠਾ ਸੀ। ਮੈਂ ਕੌਫੀ ਟੇਬਲ ਉੱਤੇ ਰੱਖ ਦਿੱਤੀ ਤੇ ਜਦੋਂ ਮੈਂ ਵਾਪਸ ਆਉਣ ਲਈ ਪਿੱਛੇ ਮੁੜੀ ਤਾਂ ਅਚਾਨਕ ਉਸਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕੋਲ ਖਿੱਚ ਲਿਆ ਤੇ ਆਪਣੇ ਪੱਟਾਂ ਉੱਤੇ ਬਿਠਾ ਲਿਆ। ਮੈਂ ਬਹੁਤ ਡਰ ਗਈ ਸੀ ਤੇ ਮੈਂ ਆਪਣੇ ਆਪ ਨੂੰ ਉਸ ਤੋਂ ਛੁਡਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਉਸਨੇ ਮੈਨੂੰ ਘੁੱਟ ਕੇ ਜੱਫੀ ਪਾਈ ਹੋਈ ਸੀ। ਫਿਰ ਉਸਨੇ ਮੇਰੇ ਅੱਗੇ ਪਿੱਛੇ ਸਾਰੇ ਪਾਸੇ ਹੱਥ ਫੇਰਦੇ ਹੋਏ ਕਿਹਾ, ਵੈਸੇ ਤੇਰੀ ਨਾਈਟ ਡਰੈਸ ਵਿੱਚੋਂ ਤੇਰੀ ਜਵਾਨੀ ਤਾਂ ਸਾਫ਼-ਸਾਫ਼ ਉਬਾਲੇ ਮਾਰਦੀ ਹੈ ਨੂਰ, ਤੇ ਤੇਰੀ ਕੌਫੀ ਦੀ ਗਰਮੀ ਤਾਂ ਮੈਨੂੰ ਪੂਰੀ ਰਾਤ ਸੌਣ ਨਹੀਂ ਦਿੰਦੀ। ਜੇ ਤੂੰ ਕਹੇ ਤਾਂ ਆਪਾਂ ਦੋਵੇਂ ਇੱਕ ਦੂਜੇ ਦੀ ਕਮੀ ਪੂਰੀ ਕਰ ਸਕਦੇ ਹਾਂ। ਮੈਂ ਗੁੱਸੇ ਵਿੱਚ ਉਸ ਨੂੰ ਕਿਹਾ, ਡੈਡੀ, ਮੈਨੂੰ ਛੱਡੋ, ਨਹੀਂ ਤਾਂ ਮੈਂ ਰੌਲਾ ਪਾ ਦੇਣਾ ਹੈ। ਇਸ ਉਮਰ ਵਿੱਚ ਤੁਹਾਨੂੰ ਮੇਰੇ ਨਾਲ ਇਹ ਸਭ ਕਰਦੇ ਸ਼ਰਮ ਨਹੀਂ ਆਉਂਦੀ ਡੈਡੀ। ਫਿਰ ਉਸਨੇ ਕਿਹਾ, ਨੂਰ, ਦੇਖਣ ਨੂੰ ਭਾਵੇਂ ਮੈਂ ਬੁੱਢਾ ਲੱਗਦਾ ਹਾਂ, ਪਰ ਅੰਦਰੋਂ ਹਜੇ ਵੀ ਬਹੁਤ ਜਵਾਨ ਹਾਂ ਤੇ ਤੇਰੀ ਹਰ ਕਮੀ ਨੂੰ ਤੇਰੇ ਘਰ ਵਾਲੇ ਤੋਂ ਵੀ ਵੱਧ ਕੇ ਪੂਰੀ ਕਰ ਸਕਦਾ ਹਾਂ। ਇਹਨਾਂ ਕਹਿੰਦੇ ਹੀ ਉਸਨੇ ਮੈਨੂੰ ਸੋਫੇ ਉੱਤੇ ਲੰਮੀ ਪਾ ਲਿਆ ਤੇ ਮੇਰੇ ਉੱਪਰ ਆ ਕੇ ਮੇਰੇ ਅੱਗੇ ਪਿੱਛੇ ਸਾਰੇ ਪਾਸੇ ਹੱਥ ਫੇਰਦੇ ਹੋਏ ਮੈਨੂੰ ਸਾਰੇ ਪਾਸੇ ਚੁੰਮਣ ਲੱਗ ਪਿਆ ਤੇ ਜ਼ਬਰਦਸਤੀ ਮੇਰੇ ਕੱਪੜੇ ਉਤਾਰਨ ਲੱਗ ਪਿਆ। ਮੈਂ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਡਰਦੇ ਹੋਏ ਉਸਨੇ ਮੈਨੂੰ ਛੱਡ ਦਿੱਤਾ। ਫਿਰ ਮੈਂ ਦੌੜ ਕੇ ਉਸਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ
ਤੇ ਨਾਲ ਹੀ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਈ। ਮੈਂ ਬਹੁਤ ਘਬਰਾਈ ਹੋਈ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਉਧਰ ਮੇਰਾ ਸਹੁਰਾ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾ ਰਿਹਾ ਸੀ। ਫਿਰ ਮੈਂ ਸੋਚਿਆ ਕਿ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦੇਵਾਂ, ਪਰ ਫਿਰ ਮੈਂ ਸੋਚਿਆ ਕਿ ਕਿਤੇ ਉਹ ਵੀ ਮੈਨੂੰ ਗਲਤ ਨਾ ਸਮਝਣ ਲੱਗ ਜਾਣ। ਇਸ ਕਰਕੇ ਮੈਂ ਉਸੇ ਵੇਲੇ ਹੀ ਪੁਲਿਸ ਨੂੰ ਫੋਨ ਕਰਕੇ ਘਰ ਬੁਲਾ ਲਿਆ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਨੂੰ ਉਸਦੇ ਕੀਤੇ ਦੀ ਸਜ਼ਾ ਮਿਲ ਗਈ। ਕੁਝ ਦਿਨਾਂ ਬਾਅਦ ਮੇਰੇ ਪਤੀ ਘਰ ਵਾਪਸ ਆ ਗਏ। ਉਹਨਾਂ ਨੂੰ ਮੈਂ ਸਾਰੀ ਹੱਡ-ਬੀਤੀ ਸੁਣਾਈ ਤੇ ਉਹਨਾਂ ਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ। ਉਹ ਵੀ ਆਪਣੇ ਡੈਡੀ ਨੂੰ ਨਫ਼ਰਤ ਕਰਨ ਲੱਗੇ ਤੇ ਉਸ ਦਿਨ ਤੋਂ ਬਾਅਦ ਮੇਰੇ ਪਤੀ ਹਮੇਸ਼ਾ ਮੇਰੇ ਨਾਲ ਰਹਿਣ ਲੱਗੇ ਤੇ ਮੈਂ ਹੁਣ ਆਪਣੀ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੀ।